ਤੁਸੀਂ ਤੁਰ ਕਰਮ ਤੇ ਪੂਰਬਲੇ ਕਰਮ ਦਾ ਕਨਸੈਪਟ ਸ਼ੇਅਰ ਕੀਤਾ। ਉਸ ਬਾਰੇ ਹੁਣ 3 ਕੁਐਸਚਨ ਆਏ ਹਨ। पहला क्वेश्चन, किरत निंदक का तोरी पेया, नानक जो तिस पावै सोई थिया। अच्छा, ये पहला क्वेश्चन है। ये पहला प्रश्न है। तो क्वेश्चन सीधा गुरबाणी की पंक्ति है। हाँ जी। बाकी 2 पंक्तियां की ने? जो तुर लिखिया सो मेटना न जाए। जो तुर लिखिया सो मेटना न जाए। ना जाए। ते तीजा, जो तुर लिखिया सो कर्म कमाए। अच्छा अच्छा, हुण तुसीं पहली पंक्ति दोबारा बोलो। किरत निंदक का तोरी पेया, नानक जो तिस पावै सोई थिया। अच्छा, जो असी धुर कर्म ਦਾ ਕਨਸੈਪਟ ਡਿਸਕਸ ਕੀਤਾ ਸੀ ਔਰ ਪੂਰਬਲੇ ਕਰਮ ਦਾ ਕਨਸੈਪਟ ਡਿਸਕਸ ਕੀਤਾ ਸੀ ਗੁਰਬਾਣੀ ਦੇ ਪੱਖੋਂ। ਹਾਂਜੀ। ਉਹਦੇ 'ਚ ਅਸੀਂ ਇਹ ਸਮਝਿਆ ਸੀ ਕਿ ਪਿਛਲੇ ਜਨਮ ਦੇ ਮੱਥੇ ਲਿਖੇ ਭਾਗਾਂ ਵਾਲਾ ਕਨਸੈਪਟ ਨਹੀਂ ਹੈ। ਹਾਂਜੀ। ਸੋ ਅਸੀਂ ਇਸੇ ਜਨਮ ਵਿੱਚ ਜੇ ਅੰਦਰ ਦੀ ਆਵਾਜ਼ ਨੂੰ ਸੁਣੀਏ ਉਹ ਧੁਰ ਕੀ ਆਵਾਜ਼ ਹੈ। ਅੱਛਾ ਨਾ, ਜਾਂ ਫਿਰ ਅਸੀਂ ਸਮਝਿਆ ਸੀ ਕਿ ਧੁਰ ਦਾ ਮਤਲਬ ਹੁੰਦਾ ਰਾਈਟ ਫਰਮ ਬਿਗਨਿੰਗ। ਹਾਂਜੀ। ਸੋ ਅੱਜ ਹੁਣ ਅਸੀਂ ਇਸ ਪੰਕਤੀ 'ਚੋਂ ਇਹ ਸਮਝ ਸਕਦੇ ਹਾਂ ਕਿ ਆਮ ਤੌਰ 'ਤੇ ਜਦੋਂ ਪਿਛਲੇ ਜਨਮ ਦੇ ਮੱਥੇ ਲਿਖੇ ਭਾਗ ਦੀ ਗੱਲ ਦੇ ਨਾਲ ਰਿਲੇਟ ਕਰਕੇ ਸਮਝਦੇ ਨੇ ਤਾਂ ਇਹਦਾ ਅਰਥ ਹੀ ਸਮਝਿਆ ਜਾਂਦਾ ਹੈ ਕਿ ਨਿੰਦਕ ਜੈਸਾ ਪਿਛਲੇ ਧੁਰ ਤੋਂ ਰੱਬ ਜੀ ਨੇ ਲੇਖ ਲਿਖ ਦਿੱਤਾ ਹੈ ਉਸ ਦੇ ਮੁਤਾਬਕ ਉਹ ਨਿੰਦਕ ਬਣ ਗਿਆ। ਪਰ ਜਿਸ ਪ੍ਰੈਕਟੀਕਲ ਐਂਗਲ ਤੋਂ ਅਸੀਂ ਸਮਝ ਰਹੇ ਹਾਂ ਉਹ ਸਾਨੂੰ ਇਸ ਤਰ੍ਹਾਂ ਸਮਝਣਾ ਹੈ, ਇਹ ਨਾ ਦਰਅਸਲ ਸੁਖਮਨੀ ਸਾਹਿਬ ਦੀ ਪੰਕਤੀ ਹੈ। ਅੱਛਾ। ਤਾਂ ਇਹਦਾ ਜਿਹੜਾ ਸੁਖਮਨੀ ਸਾਹਿਬ ਵਿੱਚ ਹਰ ਅਸ਼ਟਪਦੀ ਦੇ ਉੱਪਰ ਸ਼ਲੋਕ ਲਿਖਿਆ ਹੁੰਦਾ ਹੈ। ਤਾਂ ਇਹਦਾ ਸ਼ਲੋਕ ਹੈ, ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨਹਾਰ, ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਅਵਤਾਰ। ਆਈ ਥਿੰਕ ਇਹ ਵਾਲਾ ਸ਼ਲੋਕ ਅਸੀਂ ਪਹਿਲਾਂ ਵੀ ਕਿਸੇ ਹੋਰ ਟੇਪ ਵਿੱਚ ਡਿਸਕਸ ਕਰ ਚੁੱਕੇ ਹਾਂ, ਪਰ ਹੁਣ ਤੁਹਾਡਾ ਇਹ ਕੁਐਸਚਨ ਜਿਹੜਾ ਹੈ ਇਹ ਉਸੀ ਅਸ਼ਟਪਦੀ ਦਾ ਹੈ, ਇਸ ਕਰਕੇ ਪਹਿਲਾਂ ਅਸੀਂ ਜੋ ਅਸ਼ਟਪਦੀ ਦੇ ਸ਼ਲੋਕ ਨੂੰ ਸਮਝਾਂਗੇ। ਸੰਤ ਸ਼ਰਨ ਜੋ ਜਨ ਪਰੈ, ਜੋ ਇਨਸਾਨ ਚੰਗੇ ਗੁਣਾਂ ਦੀ ਆਈਡੀਅਲਸ ਦੀ ਸ਼ਰਨ ਲੈਂਦਾ ਹੈ, ਮੀਨਸ ਉਹ ਆਈਡੀਅਲਸ ਦੀ ਪ੍ਰੈਕਟਿਸ ਕਰਦਾ ਹੈ। ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨਹਾਰ, ਉਹਦਾ ਜੀਵਨ ਵਿਵਹਾਰ ਚੰਗਾ ਹੋ ਜਾਂਦਾ, ਵਿਦਆਊਟ ਵਾਈਸਿਸ ਦਾ ਹੋ ਜਾਂਦਾ ਹੈ। ਆਈਡਲਸ ਦੀ ਸ਼ਰਨ ਕਰਦਾ ਮਤਲਬ ਉਸ ਅੰਦਰ ਚੱਲ ਪੈਂਦਾ ਪ੍ਰੈਕਟੀਕਲ। ਤਾਂ ਉਹਨੂੰ ਸਾਲਵੇਸ਼ਨ ਬਾਈ ਲਿਵਿੰਗ ਕਹਿੰਦੇ ਨੇ। ਸੰਤ ਸ਼ਰਨ ਜੋ ਜਨ ਪਰੈ, ਕਿਸੇ ਸੰਤ ਦੀ ਸ਼ਰਨ ਨਹੀਂ ਜਾਣਾ, ਆਈਡੀਅਲਸ ਨੂੰ ਫੋਲੋ ਕਰਨਾ। ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨਹਾਰ, ਉਸ ਦਾ ਮਨ ਵਾਈਸਿਸ ਤੋਂ ਛੁੱਟ ਜਾਂਦਾ ਹੈ। ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਅਵਤਾਰ। ਨਿੰਦਾ ਕੀ ਹੁੰਦਾ ਹੈ? ਨਿੰਦਾ ਹੁੰਦਾ ਹੈ ਆਈਡੀਅਲਸ ਨੂੰ, ਚੰਗੇ ਗੁਣਾਂ ਨੂੰ, ਸੱਚ ਦੇ ਮੈਸੇਜ ਨੂੰ ਇਗਨੋਰ ਕਰਨਾ, ਉਹਨੂੰ ਨਿੰਦਾ ਕਰਨਾ ਕਹਿੰਦੇ ਨੇ। ਅਤੇ ਜਿਉਂ-ਜਿਉਂ ਅਸੀਂ ਚੰਗੇ ਗੁਣਾਂ ਨੂੰ ਔਰ ਆਈਡੀਅਲਸ ਨੂੰ ਇਗਨੋਰ ਕਰਦੇ ਹਾਂ ਨਾ, ਤਾਂ ਅਸੀਂ ਆਪਣੇ ਆਚਰਣ ਤੋਂ ਡਿੱਗਦੇ ਜਾਂਦੇ ਹਾਂ। ਉਹਨੂੰ ਕਹਿੰਦੇ ਨੇ ਬੌਰ ਬੌਰ ਅਵਤਾਰ। ਅਵਤਰਨ ਹੁੰਦਾ ਜਾਂਦਾ, ਸਾਡਾ ਕਰੈਕਟਰ ਡਿਕਲਾਈਨ ਹੁੰਦਾ ਜਾਂਦਾ, ਮੰਦੇ ਪਾਸੇ ਨੀਚ ਹੁੰਦਾ ਜਾਂਦਾ ਡੇ ਬਾਈ ਡੇ। ਅਸੀਂ ਤੇ ਧਾਰਮਿਕਤਾ ਸਿੱਖ ਕੇ ਆਪਣੇ ਜੀਵਨ ਨੂੰ ਐਲੀਵੇਟ ਉੱਚਾ ਕਰਨਾ ਹੈ ਨਾ, ਸੋ ਅਸੀਂ ਨਿਵਾਣ ਵਾਲੇ ਪਾਸੇ ਡਿੱਗਦੇ ਹੀ ਜਾਂਦੇ ਹਾਂ। ਜੇ ਅਸੀਂ ਚੰਗੇ ਗੁਣਾਂ ਨੂੰ, ਆਈਡੀਅਲਸ ਨੂੰ ਇਗਨੋਰ ਕਰਦੇ ਹਾਂ, ਮਾਨੋ ਮੈਂ ਸੰਤ ਕਾ ਨਿੰਦਕ। ਸੋ ਹੁਣ ਤੁਹਾਡੀ ਪੰਕਤੀ ਹੈ, ਦੁਬਾਰਾ ਬੋਲੋ। ਕਿਰਤ ਨਿੰਦਕ ਕਾ ਤੂਰੀ ਪਿਆ, ਨਾਨਕ ਜੋ ਤਿਸ ਪਾਵੈ ਸੋਈ ਥੀਆ। ਇਹਦਾ ਮਤਲਬ ਧੁਰ ਦਾ ਮਤਲਬ ਹੋਏਗਾ ਰਾਈਟ ਫਰੋਮ ਬਿਗਨਿੰਗ। जिस इंसान ने किरत निंदक का तुर ही पिया, जिस इंसान ने अपने शुरू तो सुभाव ही निंदक वाला बना लिया है। तुर मतलब राइट फ्रॉम बिगनिंग। मनु अज जे कोई माड़ा सुभाव पिया है तो पिछले जन्म के करके नहीं आया, तो ना रब जी ने मेरे ते इंपोज किया है। ये असी अपने शोल्डर्स तो रिस्पॉन्सिबिलिटी नहीं हटा सकते। सानू रिस्पॉन्सिबिलिटी अपनी लैनी पेगी। जे मैं मंदा सुभाव वाला हाँ,
ਇਹ ਮੈਂ ਮੰਦੇ ਖਿਆਲਾਂ ਦੀ ਪ੍ਰੈਕਟਿਸ ਕਰਕੇ ਚੰਗੇ ਗੁਣਾਂ ਨੂੰ ਅਵੋਇਡ ਕਰਕੇ ਸੰਤ ਦਾ ਨਿੰਦਕ ਬਣ ਕੇ ਆਈਡੀਅਲਸ ਦਾ, ਤਾਂ ਮੈਂ ਧੁਰ ਤੋਂ ਰਾਈਟ ਫਰਮ ਬਿਗਨਿੰਗ ਮੇਰੇ ਥਾਟ ਪ੍ਰੋਸੈਸ ਵਿੱਚ ਕਿਰਤ ਨਿੰਦਕ ਕਾ ਧੁਰ ਹੀ ਪਿਆ। ਮੈਂ ਆਪਣੇ ਥਾਟ ਪ੍ਰੋਸੈਸ ਵਿੱਚ ਨਿੰਦਕ ਵਾਲਾ ਸੁਭਾਅ ਬਣਾ ਲਿਆ। ਮੀਨਸ ਮੈਂ ਆਈਡੀਅਲਸ ਨੂੰ ਇਗਨੋਰ ਕਰਦਾ। ਹੁਣ ਆਈਡੀਅਲਸ ਨੂੰ ਇਗਨੋਰ ਕਰਕੇ ਇਸ ਅਸ਼ਟਪਦੀ ਦੇ ਇਸ ਟੌਪਿਕ ਤੇ ਨਿੰਦਾ ਵਾਲੀ ਆਦਤ ਪੈ ਜਾਂਦੀ ਹੈ। ਬਜਾਏ ਇਸ ਦੇ ਕਿ ਮੈਂ ਕਿਸੇ ਦਾ ਥੈਂਕਸ ਕਰਾਂ, ਗ੍ਰੈਟੀਟਿਊਡ ਵਿੱਚ ਰਵਾਂ, ਕਿਸੇ ਦੀ ਨਿੰਦਾ ਨਾ ਕਰਾਂ, ਪਰ ਕਾ ਬੁਰਾ ਨਾ ਰਾਖੋ ਚੀਜ਼ ਵਾਲਾ ਜੀਵਨ ਸਿੱਖਾਂ, ਹੈ ਨਾ, ਕਿਸੇ ਨੂੰ ਡੀਫੇਮ ਨਾ ਕਰਾਂ, ਕਿਸੇ ਦੇ ਪਰਦੇ ਫਾਸ਼ ਨਾ ਕਰਾਂ, ਚੰਗਾ ਗੁਣ ਸਿੱਖਾਂ। ਜੇ ਉਹ ਮੈਂ ਨਹੀਂ ਸਿੱਖਿਆ, ਮੈਨੂੰ ਕਿਸੇ ਦਾ ਵੀ ਕੋਈ ਅਵਗੁਣ ਪਤਾ ਲੱਗਦਾ ਹੈ ਤਾਂ ਮੈਂ ਉਹਨੂੰ ਦੁਨੀਆ ਵਿੱਚ ਭੰਡਣਾ ਸ਼ੁਰੂ ਕਰ ਦਿੰਦਾ ਹੁੰਦਾ। ਕਿਰਤ ਨਿੰਦਕ ਕਾ ਧੁਰ ਹੀ ਪਿਆ। ਮੈਂ ਆਪਣੀ ਸੋਚਣੀ ਵਿੱਚ ਰਾਈਟ ਫਰਮ ਬਿਗਨਿੰਗ ਨਿੰਦਕ ਸੁਭਾਅ ਪਸੰਦ ਕੀਤਾ। ਨਾਨਕ ਜੋ ਤਿਸ ਭਾਵ ਹੈ ਸੋਈ ਥੀਆ। ਇਹ ਤਿਸ ਦੇ ਸੱਸੇ ਨੂੰ ਔਂਕੜ ਸ਼ੋ ਕਰਦੀ ਹੈ। ਤਿਸ ਕੌਣ ਹੈ? ਮੇਰਾ ਮਨ। ਮੇਰੇ ਮਨ ਨੂੰ ਨਿੰਦਕ ਪਸੰਦ ਆਈ, ਨਿੰਦਾ ਸੁਭਾਅ ਪਸੰਦ ਆਇਆ। ਕਿਰਤ ਨਿੰਦਕ ਕਾ ਤੁਰੀ ਪਿਆ। ਨਾਨਕ ਜੋਤਿਸ ਭਾਵ ਹੈ। ਇਹ ਜੋਤਿਸ ਭਾਵ ਹੈ, ਰੱਬ ਨੂੰ ਭਾਵ ਹੈ ਦੀ ਗੱਲ ਨਹੀਂ ਚੱਲ ਰਹੀ। ਨਾਨਕ ਜੋਤਿਸ ਭਾਵ ਹੈ ਸੋਈ ਥੀਆ। ਮੈਨੂੰ ਨਿੰਦਕ ਸੁਭਾਅ ਪਸੰਦ ਆਇਆ। ਮੈਂ ਥੀਆ ਮਤਲਬ ਵੈਸਾ ਬਣ ਗਿਆ। ਐਜ਼ ਯੂ ਸੋ ਸੋ ਸ਼ੈਲ ਯੂ ਰੀਪ ਹੋਇਆ ਨਾ। ਅਸੀਂ ਤੁਰਕਰਮ ਔਰ ਪੁਰਬਲੇ ਕਰਮ ਵਿੱਚ ਸਮਝਿਆ ਸੀ, ਜਿਹਾ ਬੀਜਿਆ ਸੋ ਲੁਣਾ। ਤਾਂ ਮੈਂ ਇਹ ਵਾਲਾ ਬੀਜ ਬੀਜਿਆ ਕਿ ਮੈਨੂੰ ਨਿੰਦਕ ਵਾਲਾ ਸੁਭਾਅ ਪਸੰਦ ਆਇਆ, ਮੈਨੂੰ ਸਵਾਦੀ ਲੱਗਾ, ਟੇਸਟੀ ਲੱਗਾ, ਹੈ ਨਾ। ਨਾਨਕ ਜੋ ਤਿਸ ਭਾਵ ਹੈ, ਤਿਸ ਦਾ ਮਤਲਬ ਜਿਸਕੇ ਮਨ ਨੂੰ ਨਿੰਦਕ ਵਾਲਾ ਸੁਭਾਅ ਭਾਵ ਹੈ ਸੋਈ ਥੀ, ਉਹ ਨਿੰਦਕ ਬਣ ਜਾਤਾ ਹੈ। ਸੋ ਇਹ ਧੁਰ ਮੱਥੇ ਲਿਖੇ ਭਾਗ ਦੀ ਗੱਲ ਨਹੀਂ ਚੱਲ ਰਹੀ, ਧੁਰ ਪਿਛਲੇ ਜਨਮ ਦੇ ਭਾਗ ਦੀ ਗੱਲ ਨਹੀਂ ਚੱਲ ਰਹੀ। ਧੁਰ ਮਤਲਬ ਇਹ ਨਹੀਂ ਕਿ ਰੱਬ ਨੇ ਪਿੱਛੋਂ ਹੀ ਮੈਨੂੰ ਨਿੰਦਕ ਬਣਾ ਕੇ ਭੇਜਿਆ ਮੇਰੇ ਪਿਛਲੇ ਜਨਮਾਂ ਦੇ ਕਰਮਾਂ ਕਰਕੇ। ਰਾਦਰ ਇਹ ਪੰਕਤੀ ਦਾ ਕਨਫਿਊਜ਼ਨ ਸਾਨੂੰ ਕਲੀਅਰ ਕਰਨਾ ਹੈ ਅਕੋਰਡਿੰਗ ਟੂ ਗੁਰਮਤ ਕਨਸੈਪਟ, ਕਿ ਉਹਦਾ ਸ਼ਲੋਕ ਵੀ ਬੋਲ ਰਿਹਾ ਹੈ ਕਿ ਮੈਂ ਸੰਤ ਦਾ ਨਿੰਦਕ ਬਣਿਆ, ਆਈਡੀਅਲਸ ਦਾ ਨਿੰਦਕ ਬਣਿਆ ਤਾਂ ਮੇਰਾ ਸੁਭਾਅ ਨਿੰਦਕ ਬਣ ਗਿਆ। ਹੁਣ ਮੈਂ ਆਪਣੇ ਕਰੈਕਟਰ ਤੋਂ ਡਿੱਗਾਂਗਾ। ਮੇਰੇ ਕਰੈਕਟਰ ਤੋਂ ਡਿੱਗਣ ਦਾ ਇਹ ਇੱਕ ਅਵਗੁਣ ਸਾਹਮਣੇ ਆਇਆ ਕਿ ਮੈਂ ਨਿੰਦਕ ਹੀ ਬਣ ਗਿਆ। ਦੂਜੀ ਪੰਕਤੀ ਉਹ ਵਾਲੇ ਲੜੀ 'ਚ ਕੁਐਸਚਨ ਕੀ ਆਇਆ? दूसरा प्रश्न ये आया है कि जो तुर लिखिया सो मेटना ना जाए। ਹਾਂ, ਇਹਦਾ ਮਤਲਬ ਇਸ ਪੰਕਤੀ ਵਿੱਚ ਜੋ ਧੁਰ ਲਿਖਿਆ ਸੋ ਮੇਟਣਾ ਨਾ ਜਾਏ ਦਾ ਮਤਲਬ ਹੁੰਦਾ ਹੈ ਅਗਰ ਮੈਂ ਰਾਈਟ ਫਰੋਮ ਬਿਗਨਿੰਗ ਆਪਣੇ ਥਾਟ ਪ੍ਰੋਸੈਸ ਵਿੱਚ ਮੰਦੇ ਖਿਆਲ ਲਿਖੇ ਨੇ, ਕਾਮੀ, ਕ੍ਰੋਧੀ, ਲੋਭੀ, ਐਂਡ ਜੇ ਮੈਂ ਆਪਣੇ ਥਾਟ ਪ੍ਰੋਸੈਸ ਵਿੱਚ ਜੋ ਵੀ ਲਿਖਦਾ ਹਾਂ ਰਾਈਟ ਫਰੋਮ ਬਿਗਨਿੰਗ, ਇਹਦਾ ਮਤਲਬ ਅਸੀਂ ਆਪਣੇ ਮੱਥੇ ਤੇ ਆਪ ਭਾਗ ਲਿਖਦੇ ਹਾਂ, ਚੰਗੇ ਜਾਂ ਮੰਦੇ। ਸੋ ਜੋ ਤੁਰ ਲਿਖਿਆ ਸੋ ਮੀਟਣਾ ਨਾ ਜਾਏ ਦਾ ਮਤਲਬ ਹੈ ਜੈਸੇ ਮੈਂ ਖਿਆਲ ਲਿਖਾਂਗਾ ਆਪਣੇ ਮਨ ਦੀ ਸੋਚਣੀ ਦੀ ਪੱਟੀ ਉੱਤੇ, ਸਲੇਟ ਉੱਤੇ, ਉਹ ਫਿਰ ਮਿਟਾਏ ਨਹੀਂ ਜਾ ਸਕਦੇ। ਇਹਦਾ ਮਤਲਬ ਕੀ ਹੋਇਆ? ਮੈਨੂੰ ਉਹ ਵਾਲੇ ਜੀਣੇ ਪੈਣਗੇ, ਮੈਂ ਵੈਸੇ ਵਾਲੇ ਸੁਭਾਅ ਵਾਲਾ ਬਣ ਹੀ ਜਾਵਾਂਗਾ। ਜੇ ਮੈਂ ਧੁਰ ਵਿੱਚ ਚੰਗੇ ਖਿਆਲ ਲਿਖ ਲਿਆਵਾਂ, ਜਿਵੇਂ ਪੰਕਤੀ ਆਏਗੀ ਨਾ, ਜਿਨ ਮਸਤਕ ਧੁਰ ਹਰ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਰਾਜੇ, ਹੈ ਨਾ। ਜੋ ਮੱਥੇ ਤੇ ਭਾਵ ਸੋਚਣੀ ਦੇ ਢੰਗ ਵਿੱਚ ਐਂ ਜੀ ਜੋ ਧੁਰ ਲਿਖਿਆ ਸੋ ਮੇਟਣਾ ਨਾ ਜਾਏ। ਜੇ ਮੈਂ ਰਾਈਟ ਫਰੋਮ ਬਿਗਨਿੰਗ ਜੈਸੇ ਖਿਆਲ ਲਿਖੇ ਨੇ, ਜੈਸਾ ਸੋਚਣੀ ਦਾ ਢੰਗ ਮੈਂ ਪਸੰਦ ਕੀਤਾ ਹੈ, ਉਹ ਇਹ ਕੁਦਰਤ ਦਾ ਨਿਯਮ ਹੈ, ਉਹ ਇਨਐਵਿਟੇਬਲ ਨੇ, ਉਹ ਡਿਲੀਟ ਨਹੀਂ ਹੋ ਸਕਦੇ। ਇਹ ਨਾ ਸੋਚੋ ਕਿ ਅਸੀਂ ਪੂਰਲੇ ਕਰਮ ਦੇ ਭੋਗ ਰਿਹਾ ਨਹੀਂ, ਜਿਹੜੇ ਤੁਸੀਂ ਇਸ ਜਨਮ ਵਿੱਚ ਹੀ ਕੀਤੇ ਨੇ। ਕਈ ਸਮਝਣਗੇ ਅਸੀਂ ਇਹ ਪੂਰਲੇ ਕਰਮਾਂ ਦਾ ਸਾਨੂੰ ਪਹਿਲੇ ਜੋ ਕੋਈ ਹੋਇਆ ਕੁਝ ਉਹ ਸਾਨੂੰ ਰਿਜ਼ਲਟ ਮਿਲ ਰਿਹਾ ਜੀ। ਨਹੀਂ ਜੀ, ਸਾਨੂੰ ਇਸੇ ਪੱਖੋਂ ਤੇ ਅਸੀਂ ਘੋਟ ਕੇ ਇਸ ਸਬਜੈਕਟ ਦੀ ਵਿਚਾਰ ਕਰ ਰਹੇ ਹਾਂ ਕਿ ਮੈਂ ਜੇ ਨਿੰਦਕ ਹਾਂ ਜਾਂ ਹੋਰ ਮੇਰਾ ਕੋਈ ਅਵਗੁਣ ਹੈ, ਪਿਛਲੇ ਜਨਮ ਦੇ ਕਰਮਾਂ ਕਰਕੇ, ਪੂਰਬਲੇ ਕਰਮਾਂ ਕਰਕੇ
ਪਿਛਲੇ ਧੁਰ ਭਾਗ ਕਰਕੇ ਨਹੀਂ ਹੈ। बिल्कुल ਜਿਤਨੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਐਸੇ ਸ਼ਬਦ ਆਣਗੇ ਉਹਨਾਂ ਦਾ ਕਨਸੈਪਟ ਹੈ ਮੈਂ ਇਸੇ ਜੀਵਨ ਵਿੱਚ ਜੈਸਾ ਸੋਚਦਾ ਸੀ ਰਾਈਟ ਫਰਮ ਬਿਗਨਿੰਗ ਵੈਸਾ ਮੈਂ ਬਣਦਾ ਜਾ ਰਿਹਾ ਹਾਂ। ਉਹਨੂੰ ਹੀ ਅਸੀਂ ਪਿਛਲੀ ਵਾਰ ਇੱਕ ਪੰਕਤੀ ਵੀ ਸਾਂਝ ਕੀਤੀ ਸੀ ਦਿਨ ਰਾਤ ਕਮਾਇੜੋ ਸੋ ਆਯੂ ਮਾਠੈ ਨਾ ਕੋਈ ਸਮਝੇਗਾ। हाँ जी हाँ जी पूर्व कमाया सो आज्ञा आया। जो मैं सोचा सी वैसा वो मेट नहीं सकते है कुदरत का नियम है। चंगा सोचा सी तो मैं चंगा बन जावांगा हाँ जी मंदा सोचा सी तो मेरा करैक्टर मंदा बनेगा। तो जे मैं निंदक सुभाव पसंद किया सी तो मैं निंदक बनागा। जैसी सोचनी वैसी करनी। हाँ जी हाँ जी थर्ड क्वेश्चन की है जो तुर लिखिया सो कर्म कमाए। ਇਹ ਤਾਂ ਆਲਮੋਸਟ ਸੇਮ ਵੈਸਾ ਹੀ ਹੋ ਗਿਆ ਜੋ ਤਿਰ ਲਿਖਿਆ ਸੋ ਕਰਮ ਕਮਾਏ। ਅਸੀਂ ਕੁਦਰਤ ਦੇ ਨਿਯਮ ਨੂੰ ਸਮਝਣਾ ਹੈ ਕਿ ਅਸੀਂ ਜੈਸੇ ਕਰਮ ਕਮਾਉਂਦੇ ਹਾਂ ਉਹ ਪਹਿਲਾਂ ਸਾਡੀ ਸੋਚਣੀ ਵਿੱਚ ਆਉਂਦੇ ਨੇ ਉਹਨੂੰ ਕਰਮ ਕਹਿੰਦੇ ਨੇ। ਵਿਚਾਰਧਾਰਾ ਕਰਮ ਮਤਲਬ ਫਲਸਫਾ ਵਿਚਾਰਧਾਰਾ जैसी मेरी विचारधारा होएगी वैसे मेरे डीड्स और कर्म बनते हैं। सो जो तुर लिखिया सो कर्म कमाए। जैसा मैं राइट फ्रॉम बिगनिंग अपना थॉट प्रोसेस साडा थॉट प्रोसेस किस तरह बनता है ਅਸੀਂ ਆਪਣੇ ਚਾਰੋਂ ਪਾਸੇ ਆਪਣੇ ਬਚਪਨ ਤੋਂ ਪੇਰੈਂਟਸ ਤੋਂ ਲੈਂਦੇ ਹਾਂ ਆਪਣੇ ਭੈਣ ਭਰਾਵਾਂ ਤੋਂ ਲੈਂਦੇ ਹਾਂ ਆਪਣੀ ਜਾਤ ਬਰਾਦਰੀ ਤੋਂ ਲੈਂਦੇ ਹਾਂ ਫਿਰ ਸਾਡੇ ਆਸ-ਪਾਸ ਜਿਹੜੇ ਬੱਚੇ ਗਲੀ 'ਚ ਖੇਡਦੇ ਨੇ ਉਹਨਾਂ ਤੋਂ ਲੈਂਦੇ ਹਾਂ ਜਾਂ ਅਸੀਂ ਸਕੂਲ ਕਾਲਜ ਤੋਂ ਲੈਂਦੇ ਹਾਂ ਜਾਂ ਅਸੀਂ ਮੀਡੀਆ ਤੋਂ ਲੈਂਦੇ ਹਾਂ। ਇਸ ਤਰ੍ਹਾਂ ਜੋ ਕੁਝ ਪੜ੍ਹਦੇ ਹਾਂ ਇਹ ਚਾਰੋਂ ਪਾਸੋਂ ਅਸੀਂ ਨਾ ਜਿਹੜੇ ਖਿਆਲ ਲੈਂਦੇ ਹਾਂ ਉਹਨਾਂ ਦੇ ਨਾਲ ਸਾਡੀ ਇੱਕ ਵਿਚਾਰਧਾਰਾ ਬਣ ਜਾਂਦੀ ਹੈ ਔਰ ਉਸ ਵਿਚਾਰਧਾਰਾ ਦੇ ਮੁਤਾਬਕ ਅਸੀਂ ਵੈਸੇ ਵਾਲੇ ਕਰਮ ਕਰਦੇ ਹਾਂ। ਪਹਿਲਾ ਕਰਮ ਮੈਂ ਸੋਚਿਆ ਫਿਰ ਉਹ ਵਾਲਾ ਬਾਹਰ ਮੈਂ ਕਰਮ ਕੀਤਾ ਉਹ ਮੇਰਾ ਫਾਈਨਲ ਕਰੈਕਟਰ ਬਣ ਗਿਆ। ਸੋ ਜੋ ਧੁਰ ਲਿਖਿਆ ਇਹ ਕੁਦਰਤ ਦਾ ਨਿਯਮ ਹੈ ਕਿ ਜੈਸਾ ਤੁਸੀਂ ਸੋਚੋਗੇ ਵੈਸੇ ਵਾਲੇ ਹੀ ਬਣ ਜਾਓਗੇ। ਤਾਂ ਹੀ ਪਿਛਲੀ ਵਾਰੀ ਤੁਸੀਂ ਇੰਟਰਪਟ ਕਰਕੇ ਵੀ ਜਦੋਂ ਪੰਕਤੀ ਬੋਲੀ ਸੀ ਨਾ ਉਹ ਪੰਕਤੀ ਫਿਰ ਇੱਥੇ ਸਮਝਣ ਵਾਲੀ ਹੈ। ਇਹ ਮਨ ਜੈਸਾ ਸੀਵੇਂ ਤੈਸੋ ਹੋਏ ਤੇ ਕਰਮ ਕਮਾਏ। ਸੋ ਜੋ ਧੁਰ ਲਿਖਿਆ ਸੋ ਕਰਮ ਕਮਾਏ। ਠੀਕ ਹੈ ਇਹ ਮੇਰੇ ਖਿਆਲ ਨਾਲ ਇਹਨਾਂ ਨੂੰ ਇਸ ਵੀਡੀਓ ਨਾਲ ਜਿਨ੍ਹਾਂ ਨੇ ਕੁਐਸਚਨ ਪੁੱਛਿਆ ਉਹਨਾਂ ਦਾ ਕੁਐਸਚਨ ਆਨਸਰ ਹੋ ਜਾਏਗਾ क्लियर हो जाना चाहिए। थैंक यू। वेरी गुड।